ਗੁੱਡ ਇਵਨਿੰਗ ਸਟੂਡੈਂਟਸ। ਲਾਸਟ ਵੀਡੀਓ ਦੇ ਵਿੱਚ ਅਸੀਂ ਸਰਕੂਲੇਟਰੀ ਸਿਸਟਮ ਜੋ ਚੈਪਟਰ ਸੀਗਾ ਉਹ ਸ਼ੁਰੂ ਕੀਤਾ ਸੀਗਾ। ਅੱਜ ਅਸੀਂ ਕਰਾਂਗੇ ਪ੍ਰੋਪਰਲੀ ਪੂਰੀ ਬਲੱਡ ਦੀ ਸਟੱਡੀ ਐਂਡ ਉਹਦੇ ਵਿੱਚ ਜੋ ਕਿ ਫਲੂਇਡਸ ਹੁੰਦੇ ਆ, ਸੈਲਸ ਹੁੰਦੇ ਆ, ਉਹ ਕਿਹੜੇ ਪ੍ਰੈਜ਼ੈਂਟ ਹੁੰਦੇ ਆ ਐਂਡ ਉਹਦੇ ਉੱਪਰ ਅਸੀਂ ਪ੍ਰੋਪਰਲੀ ਅੱਜ ਪੜਾਂਗੇ। ਬਲੱਡ ਦਾ ਪਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਇੱਕ ਹੋਰ ਇੰਪੋਰਟੈਂਟ ਜੋ ਡਿਫਰੈਂਸ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ, ਦੈਟ ਇਜ਼ ਓਪਨ ਸਰਕੂਲੇਟਰੀ ਸਿਸਟਮ ਐਂਡ ਕਲੋਜ਼ ਸਰਕੂਲੇਟਰੀ ਸਿਸਟਮ। ਜੋ ਸੀ ਹਿਊਮਨ ਬੀਇੰਗ ਜੋ ਮੈਨ ਹੈ ਇਹਦੇ ਵਿੱਚ ਸਾਡੇ ਕੋਲ ਹੁੰਦਾ ਹੈਗਾ ਕਲੋਜ਼ਡ ਸਰਕੂਲੇਟਰੀ ਸਿਸਟਮ। ਮਤਲਬ ਕਿ ਕਲੋਜ਼ਡ ਸਰਕੂਲੇਟਰੀ ਸਿਸਟਮ ਦਾ ਮਤਲਬ ਕੀ ਹੈ ਕਿ ਬੋਡੀ ਦੇ ਵਿੱਚ ਵੈਸਲਸ ਹੈਗੇ, ਬਲੱਡ ਵੈਸਲਸ ਹੈਗੇ ਜਿਹਦੇ 'ਚ ਬਲੱਡ ਸਾਡਾ ਅੱਗੇ ਫਲੋ ਕਰਦਾ ਹੈਗਾ ਡਿਫਰੈਂਟ ਬੋਡੀ ਪਾਰਟਸ ਦੇ ਵਿੱਚ, ਠੀਕ ਹੈ। ਐਂਡ ਜੋ ਇਨਸੈਕਟਸ ਹੈਗੇ ਆ, ਜਿੱਦਾਂ ਆਪਾਂ ਕਾਕਰੋਚ ਦੀ ਗੱਲ ਕਰਦੇ ਹਾਂ, ਦੇ ਆਰ ਹੈਵਿੰਗ ਦ ਓਪਨ ਸਰਕੂਲੇਟਰੀ ਸਿਸਟਮ, ਠੀਕ ਹੈ। ਜਿੱਦਾਂ ਜੋ ਸਾਡੀ ਬੋਡੀ ਹੈ, ਅਗਰ ਮੈਂ ਇੱਦਾਂ ਹੱਥ ਨੂੰ ਉੱਪਰ ਨੂੰ ਕਰੂੰਗਾ ਜਾਂ ਮੈਂ ਅਗਰ ਬਾਹਰ ਨੀਚੇ ਨੂੰ ਕਰੂੰਗਾ ਤੇ ਮੈਨੂੰ ਇੱਦਾਂ ਨਹੀਂ ਕਿ ਮੈਨੂੰ ਇਹਦਾ ਬਲੱਡ ਦਿਖੇਗਾ ਕਿ ਇਹ ਮੇਰਾ ਫਲੋ ਕਰ ਰਿਹਾ, ਠੀਕ ਹੈ, ਬਿਕੋਜ਼ ਵੈਸਲਸ ਹੈ, ਠੀਕ ਹੈ। ਵੈਸਲਸ ਦੇ ਵਿੱਚ ਜੋ ਬਲੱਡ ਸਟੋਰ ਹੈਗਾ, ਆਰਟਰੀਜ਼ ਵੀਨ 'ਚ ਜੋ ਬਲੱਡ ਸਟੋਰ ਹੈਗਾ ਜੋ ਅੱਗੇ ਪਾਸ ਕਰਦਾ ਹੈਗਾ ਬੋਡੀ ਦੇ ਵਿੱਚ, ਠੀਕ ਹੈ। ਕੱਲ੍ਹ ਤੁਹਾਨੂੰ ਮੈਂ ਦੱਸਿਆ ਹੋਇਆ ਸੀਗਾ ਆਰਟਰੀਜ਼ ਕੈਰੀਜ਼ ਦ ਆਕਸੀਜਨੇਟਡ ਬਲੱਡ ਐਂਡ ਦ ਵੀਨਸ ਕੈਰੀ ਡੀਆਕਸੀਜਨੇਟਡ ਬਲੱਡ, ਠੀਕ ਹੈ। ਉੱਦਾਂ ਹੀ ਉਹਦੇ ਨਾਲ ਇੱਕ ਐਕਸੈਪਸ਼ਨ ਕੀ ਸੀ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀਗਾ, ਦੈਟ ਇਜ਼ ਅ ਪਲਮਨਰੀ ਆਰਟਰੀ ਕੈਰੀ ਡੀਆਕਸੀਜਨੇਟਡ ਬਲੱਡ ਐਂਡ ਪਲਮਨਰੀ ਵੀਨ ਵਿਚ ਕੈਰੀਜ਼ ਆਕਸੀਜਨੇਟਡ ਬਲੱਡ। ਓਪਨ ਸਰਕੂਲੇਟਰੀ ਸਿਸਟਮ ਦਾ ਜੋ ਡਿਫਰੈਂਸ ਹੈਗਾ ਐਂਡ ਕਲੋਜ਼ਡ ਸਰਕੂਲੇਟਰੀ ਸਿਸਟਮ ਦਾ ਜੋ ਡਿਫਰੈਂਸ ਹੈਗਾ, ਇਸ ਤੋਂ ਬਾਅਦ ਅਸੀਂ ਆਪਣਾ ਪੜਾਂਗੇ ਬਲੱਡ ਦਾ ਪਾਰਟ। ਹੁਣ ਜੋ ਬਲੱਡ ਹੈਗਾ ਇਹਦੇ ਵਿੱਚ ਫਲੂਇਡ ਹੁੰਦੇ 55% ਐਂਡ ਜੋ ਸੈਲਸ ਹੁੰਦੇ ਆ, ਠੀਕ ਹੈ, ਉਹ ਸਰਕਲ ਹੁੰਦੇ ਇਰੀਥਰੋਸਾਈਟਸ, ਲਿਊਕੋਸਾਈਟਸ ਐਂਡ ਥ੍ਰੋਮਬੋਸਾਈਟਸ, ਠੀਕ ਹੈ। ਨਾਮ ਥੋੜੇ ਜਿਹੇ ਡਿਫਿਕਲਟ ਜਿਹੇ ਲੱਗ ਰਹੇ ਬਟ ਐਕਚੁਅਲੀ ਇਹਨਾਂ ਦਾ ਮੀਨਿੰਗ ਬਿਲਕੁਲ ਸਿੰਪਲ ਹੀ ਹੈ। ਜੋ ਇਰੀਥਰੋਸਾਈਟਸ ਹੈਗਾ, ਮੈਂ ਸਭ ਤੋਂ ਪਹਿਲਾਂ ਸੈਲ ਸਟੱਡੀ ਕਰੂੰਗਾ। ਜੋ ਇਰੀਥਰੋਸਾਈਟਸ ਹੈਗਾ, ਜੋ ਇਹ ਜੋ ਵਰਡ ਹੈ ਇਰੀਥਰੋ, ਠੀਕ ਹੈ ਜੀ, ਇਹਦੇ ਵੱਲ ਗੌਰ ਦੇਣਾ ਹੈਗਾ। ਜੋ ਵਰਡ ਹੈਗਾ ਇਰੀਥਰੋ, ਇਹਦਾ ਮਤਲਬ ਹੁੰਦਾ ਹੈਗਾ ਰੈਡ, ਠੀਕ ਹੈ, ਐਂਡ ਸਾਈਡਸ ਦਾ ਮਤਲਬ ਹੁੰਦਾ ਸੈਲਸ। ਸੋ ਅਸੀਂ ਬੇਸਿਕਲੀ ਗੱਲ ਕੀ ਕਰਦੇ ਹਾਂ ਆਰਬੀਸੀ ਦੀ, ਦੈਟ ਇਜ਼ ਰੈਡ ਬਲੱਡ ਸੈਲਸ ਦੀ, ਠੀਕ ਹੈ ਜੀ। ਇਰੀਥਰੋ ਮੀਨਸ ਰੈਡ ਐਂਡ ਸਾਈਡਸ ਮੀਨਸ ਸੈਲਸ। ਸੋ ਆਰਬੀਸੀ ਦੀ ਗੱਲ ਕਰਦੇ ਹਾਂ। ਇਹ ਕਰਦਾ ਕੀ ਕੰਮ ਬੇਸਿਕਲੀ, ਇਹ ਸੈਂਡ ਕਰਦਾ ਹੈਗਾ ਆਕਸੀਜਨ ਟੂ ਆਲ ਦ ਬੋਡੀ ਪਾਰਟਸ। ਇਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਲਿਊਕੋਸਾਈਟਸ ਬਾਰੇ। ਲਿਊਕੋ ਜਿਹੜਾ ਵਰਡ ਹੈ ਉਹਦਾ ਮਤਲਬ ਹੁੰਦਾ ਹੈ ਐਕਚੁਅਲੀ ਵਾਈਟ ਐਂਡ ਸਾਈਡਸ ਦਾ ਮਤਲਬ ਹੈ ਸੈਲ। ਸੋ ਜੋ ਲਿਊਕੋ ਵਰਡ ਹੈਗਾ ਉਹ ਸਾਨੂੰ ਪਤਾ ਲੱਗ ਗਿਆ ਹੈਗਾ, ਦੈਟ ਇਜ਼ WBC, ਦੈਟ ਇਜ਼ ਵਾਈਟ ਬਲੱਡ ਸੈਲਸ, ਠੀਕ ਹੈ ਜੀ। ਇਹਦਾ ਕੰਮ ਕੀ ਹੈਗਾ, ਅਸੀਂ ਇਹਨੂੰ ਕਿਉਂ ਪੜ੍ਹ ਰਹੇ ਹਾਂ, ਬਿਕੋਜ਼ ਇਟ ਐਕਟ ਐਜ਼ ਅ ਡਿਫੈਂਸ ਮੈਕੈਨਿਜ਼ਮ ਇਨ ਯੋਰ ਬੋਡੀ, ਠੀਕ ਹੈ। ਇੱਕ ਡਿਫੈਂਸ ਸਿਸਟਮ ਹੈ ਤੁਹਾਡੀ ਬੋਡੀ ਦੇ ਵਿੱਚ, ਠੀਕ ਹੈ। ਅਨਵਾਂਟਡ ਜੋ ਚੀਜ਼ਾਂ ਹੈਗੀਆਂ ਬੈਕਟੀਰੀਆ ਵਾਇਰਸਿਸ ਦੇ ਨਾਲ ਲੜਦਾ ਹੈਗਾ, ਠੀਕ ਹੈ। ਐਂਡ ਵੈਰੀ ਇਹਦੇ ਇੰਪੋਰਟੈਂਟ ਜੋ ਇੱਕ ਰੋਲ ਹੈ ਤੁਹਾਡੀ ਬੋਡੀ ਦੇ ਵਿੱਚ। ਇਸ ਤੋਂ ਬਾਅਦ ਥ੍ਰੋਮਬੋਸਾਈਟਸ ਅਸੀਂ ਪੜ੍ਹਦੇ ਹਾਂ, ਜਿਹਨੂੰ ਅਸੀਂ ਪਲੇਟਲੇਟਸ ਵੀ ਬੋਲਦੇ ਹਾਂ। ਅਗਰ ਕਿਸੇ ਦਾ ਬਲੱਡ ਫਲੋ ਕਰ ਰਿਹਾ ਹੈਗਾ, ਇੱਕਦਮ ਹੀ ਕਿਸੇ ਨੂੰ ਕੋਈ ਚੋਟ ਲੱਗੀ ਹੈਗੀ ਹੈ, ਬਲੱਡ ਉਹਦਾ ਫਲੋ ਕਰ ਰਿਹਾ ਹੈ, ਤਾਂ ਇੱਕਦਮ ਇਹਨੂੰ ਬਲੱਡ ਨੂੰ ਰੋਕਣ ਵਾਸਤੇ, ਠੀਕ ਹੈ, ਉਹਦੀ ਕਲੌਟਿੰਗ ਕਰਨ ਵਾਸਤੇ ਜੋ ਇੱਕ ਇੰਪੋਰਟੈਂਟ ਜੋ ਫੈਕਟਰ ਰੋਲ ਪਲੇ ਕਰਦਾ ਹੈਗਾ, ਦੈਟ ਇਜ਼ ਅਵਰ ਥ੍ਰੋਮਬੋਸਾਈਟਸ, ਠੀਕ ਹੈ। ਇਟ ਪ੍ਰੀਵੈਂਟ ਦ ਬਲੀਡਿੰਗ ਐਂਡ ਕਲੌਟਿੰਗ ਫੈਕਟਰ। ਇੱਕ ਹੋਰ ਕੁਐਸਚਨ ਹੈਗਾ, ਇੰਪੋਰਟੈਂਟ ਕੁਐਸਚਨ ਹੈ ਕਿ ਅਗਰ ਸਪੋਜ਼ ਕਰੋ ਕਿਸੇ ਦਾ ਕੱਟ ਲੱਗ ਗਿਆ, ਠੀਕ ਹੈ ਜੀ, ਐਂਡ ਉਹਦਾ ਬਲੱਡ ਰੁਕ ਹੀ ਨਹੀਂ ਰਿਹਾ, ਮਤਲਬ ਉਹਦੇ ਵਿੱਚ ਪਲੇਟਲੈਟਸ ਦਾ ਕੋਈ ਰੋਲ ਪਲੇ ਨਹੀਂ ਹੋ ਰਿਹਾ, ਪਲੇਟਲੈਟਸ ਨੂੰ ਕੋਈ ਕੰਮ ਨਹੀਂ ਕਰ ਰਹੇ, ਥ੍ਰੋਮਬੋਸਾਈਟਸ ਕੋਈ ਕੰਮ ਨਹੀਂ ਕਰ ਰਹੇ, ਇਹਦਾ ਮਤਲਬ ਉਸ ਇਨਸਾਨ ਨੂੰ ਜੋ ਡਿਜ਼ੀਜ਼ ਹੈਗੀ ਹੈ ਉਹ ਹੈਗੀ ਹੈ ਹੀਮੋਫੀਲੀਆ ਦੀ, ਠੀਕ ਹੈ। ਅੱਛਾ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੈ। ਇਟ ਇਜ਼ ਇੰਪੋਰਟੈਂਟ ਫॉर ICSE, CBSE ਵਿੱਚ ਇਹ ਕੁਐਸਚਨ ਕਈ ਵਾਰੀ ਪੁੱਛਿਆ ਗਿਆ ਬਟ ICSE ਵਿੱਚ ਇਹ ਕੁਐਸਚਨ ਬਹੁਤ ਪੁੱਛਿਆ ਗਿਆ। ਅਗਰ ਕੱਟ ਲੱਗ ਜਾਵੇ ਐਂਡ ਜੋ ਬਲੱਡ ਹੈ ਉਹ ਫਲੋ ਕਰਦਾ ਰਹੇ ਬਿਨਾਂ ਰੁਕੇ ਵੀ ਨਾ ਬਿਲਕੁਲ ਵੀ, ਤੇ ਇਹਦਾ ਮਤਲਬ ਉਸ ਬੰਦੇ ਨੂੰ ਕਿਹੜੀ ਡਿਜ਼ੀਜ਼ ਹੈਗੀ ਹੈ, ਦ ਪਰਸਨ ਇਜ਼ ਸਫਰਿੰਗ ਫਰॉम ਹੀਮੋਫੀਲੀਆ, ठीक है। हेमोफीलिया, ठीक है, दैट पर्सन इज सफरिंग फ्रॉम हेमोफीलिया। ब्लड है जो सेकंड अपना जो पार्ट सीगा वो अपना हैगा फ्लूइड वाला विच इज नियर अबाउट 55%, ठीक है। एक्चुअली जो साडा ह्यूमन बॉडी है, जो मेल है या अगर असीं फीमेल की गल करते हैं, मेल की बॉडी दे विच बेटा तुसीं याद रखनी, कॉपी च भी नोट कर लो, in male body there is near about 5 to 6 liters of the blood। जो ब्लड की साड़ी pH हैगी है, इंपॉर्टेंट क्वेश्चन है, 7.4 होंगी है, ठीक है। 7.4 की है अल्कलाइन, अल्कलाइन मतलब बेसिक है। एक बेटा होर इंपॉर्टेंट क्वेश्चन, जो ब्लड का कलर रेड हैगा इट इज ओनली बिकॉज द पिगमेंट कॉल्ड एज हीमोग्लोबिन, ठीक है। हुण हीमोग्लोबिन का एक्चुअली पिगमेंट होने करके रेड कलर है, ठीक है, बट उदा अगर असीं गल करिए जो हीमोग्लोबिन जो इकल्ला हैगा उहदा जो कलर होंदा हीमोग्लोबिन का वो वॉयलेट होंदा है। हीमोग्लोबिन ऑक्सीजन रिएक्ट करके बनाता है HbO2, दैट इज ऑक्सी हीमोग्लोबिन, जिहदा कलर होंदा हैगा ब्राइट रेड। बट अगर असीं हीमोग्लोबिन कल्ले की गल करिए, द हीमोग्लोबिन का जो अपना कलर है वो होंदा वॉयलेट कलर। सो बेटा याद रखियो। एक होर इंपॉर्टेंट जो तुहाडा पॉइंट हैगा, मैं रिएक्शन इत्थे नोट कर लगा अपनी कॉपी दे विच, इहनूं जरूर नोट कर लियो।
HB plus O2 gives HbO2, ठीक है। ਹੀਮੋਗਲੋਬਿਨ ਦਾ ਜੋ ਆਪਣਾ ਕਲਰ ਹੈਗਾ ਉਹ ਹੈਗਾ ਵਾਇਲਟ, ਐਂਡ ਜਦੋਂ ਆਕਸੀਜਨ ਰਿਐਕਟ ਕਰ ਜਾਂਦਾ ਹੈਗਾ, ਬਿਲਕੁਲ ਧਿਆਨ ਨਾਲ ਬੇਟਾ ਨੋਟ ਕਰ ਲਿਓ, ਜਦੋਂ ਆਕਸੀਜਨ ਰਿਐਕਟ ਕਰ ਜਾਂਦਾ ਹੈਗਾ ਉਹਦਾ ਕਲਰ ਕੀ ਹੋ ਜਾਂਦਾ ਹੈਗਾ, ਬ੍ਰਾਈਟ ਰੈਡ। ਜਦੋਂ ਵੀ ਹੀਮੋਗਲੋਬਿਨ ਜਿਹੜਾ ਰਿਐਕਟ ਕਰ ਜਾਏਗਾ ਕਾਰਬਨ ਡਾਈਆਕਸਾਈਡ ਦੇ ਨਾਲ, ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈਗਾ, ਤੇ ਉਹ ਬਣ ਜਾਏਗਾ ਕਾਰਬ ਐਮੀਨੋ ਹੀਮੋਗਲੋਬਿਨ, ਜਿਹਦਾ ਕਲਰ ਕੀ ਹੈਗਾ, ਡਾਰਕ ਬਲੂ, ਠੀਕ ਹੈ ਜੀ। ਸੋ ਇਹਦੇ ਕੁਐਸਚਨ ਜਿਹੜੇ ਹੈਗੇ ਛੋਟੇ ਮੋਟੇ ਕੁਐਸਚਨ ਪੁੱਛੇ ਜਾਂਦੇ ਆ ਬੇਟਾ। ਫਲੂਇਡ ਜੋ ਹੈਗਾ 55% ਇਹ ਵਿੱਚ ਤੁਹਾਡਾ ਪਲਾਜ਼ਮਾ ਪ੍ਰੈਜ਼ੈਂਟ ਹੈਗਾ, ਐਂਡ ਪਲਾਜ਼ਮਾ ਦਾ ਕਲਰ ਹੁੰਦਾ ਹੈਗਾ ਲਾਈਟ ਯੈਲੋ ਕਲਰ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਪੇਪਰ 'ਚ ਆਉਂਦਾ ਹੈਗਾ। ਹੁਣ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਪਲਾਜ਼ਮਾ ਦਾ ਕਲਰ ਲਾਈਟ ਯੈਲੋ ਕਿਉਂ ਹੁੰਦਾ ਹੈਗਾ, ਠੀਕ ਹੈ। ਪਲਾਜ਼ਮਾ ਦਾ ਕਲਰ ਲਾਈਟ ਯੈਲੋ ਕਿਉਂ ਹੁੰਦਾ ਹੈਗਾ, ਬਿਕੋਜ਼ ਇਹਦੇ ਵਿੱਚ ਪਲਾਜ਼ਮਾ ਦੇ ਵਿੱਚ ਤੁਹਾਡੇ ਇੱਕ ਪਿਗਮੈਂਟ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ। ਇਹ ਪਿਗਮੈਂਟ ਦੇ ਉੱਪਰ ਲਿਖ ਲੱਗਾ ਮੈਂ, ਇਸ ਪਿਗਮੈਂਟ ਦਾ ਨਾਮ ਹੈਗਾ ਬਿਲੀਰੂਬਿਨ, ਠੀਕ ਹੈ ਜੀ। ਸੋ ਬਾਇਓ ਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਯਾਦ ਕਰਨ ਵਾਲੀਆਂ, ਐਂਡ ਕਾਫੀ ਚੀਜ਼ਾਂ ਸਮਝਣ ਵਾਲੀਆਂ ਵੀ ਹੈਗੀਆਂ। ਸੋ ਆਪਣੇ ਨੋਟਸ ਬੇਟਾ ਨਾਲ ਨਾਲ ਬਣਾਉਂਦੇ ਰਹੋ, ਠੀਕ ਹੈ। ਐਂਡ ਇਸ ਤੋਂ ਬਾਅਦ ਵਾਟਰ ਹੈਗਾ ਬਲੱਡ ਦੇ ਵਿੱਚ, ਐਂਡ ਨੀਅਰ ਅਬਾਊਟ ਜੋ ਵਾਟਰ ਹੈਗਾ ਇਹਦੇ ਜੋ ਪਰਸੈਂਟੇਜ ਹੁੰਦੀ ਹੈ 90%। ਨਿਊਟ੍ਰੀਐਂਟਸ ਹੈਗੇ ਹੈ, ਹਾਰਮੋਨਸ ਹੈਗੇ ਆ, ਸੌਲਟਸ ਹੈਗੇ ਆ, ਪ੍ਰੋਟੀਨਸ ਹੈਗੇ ਆ। ਪ੍ਰੋਟੀਨਸ ਦੇ ਬਾਰੇ ਤੁਹਾਨੂੰ ਮੈਂ ਅੱਗੇ ਡਿਸਕਸ ਕਰੂੰਗਾ, ਪ੍ਰੋਟੀਨਸ ਕਿਹੜੇ ਕਿਹੜੇ ਹੁੰਦੇ ਆ, ਠੀਕ ਹੈ। ਨਿਊਟ੍ਰੀਐਂਟਸ, ਹਾਰਮੋਨਸ, ਵੇਸਟ ਪ੍ਰੋਡਕਟ। ਇੱਕ ਹੋਰ ਤੁਹਾਡਾ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ, ਬਲੱਡ ਹੈ ਉਹਦਾ ਜੋ ਟੇਸਟ ਆ ਉਹ ਸੌਲਟਿਸ਼ ਕਿਉਂ ਹੈ, ਉਹ ਸੌਲਟ ਕਰਕੇ ਹੀ ਸੌਲਟਿਸ਼ ਹੈ, ਐਂਡ ਉਹ ਸੌਲਟ ਕਿਹੜਾ ਹੁੰਦਾ ਹੈਗਾ, NaCl ਦਾ। ਸੋ ਇੱਕ ਹੋਰ ਹੀ ਤੁਹਾਡਾ ਇੰਪੋਰਟੈਂਟ ਕੁਐਸਚਨ ਬਣ ਗਿਆ ਕਿ ਬਲੱਡ ਇਜ਼ ਸੌਲਟਿਸ਼ ਇਨ ਟੇਸਟ, ਬਲੱਡ ਇਜ਼ saltish in taste, it is only because of the salt present, that is NaCl, that is sodium chloride। हाँ जी बेटा, नेक्स्ट ਅਸੀਂ ਕਰਦੇ ਹਾਂ the proteins present in the plasma। ਇੰਪੋਰਟੈਂਟ ਕੁਐਸਚਨ ਹੈ ਵੀ ਬੇਟਾ, ਤੁਸੀਂ ਨੋਟ ਕਰ ਲਈ ਆਪਣੀ ਕਾਪੀ ਦੇ ਵਿੱਚ। ਪ੍ਰੋਟੀਨਸ ਕਿਹੜੇ ਕਿਹੜੇ ਪ੍ਰੈਜ਼ੈਂਟ ਹੁੰਦੇ ਪਲਾਜ਼ਮਾ ਦੇ ਵਿੱਚ, ਥ੍ਰੋਮਬਿਨ, ਫਿਬਰਿਨੋਜਨ, ਫਿਬਰਿਨ, ਗਲੋਬੁਲਿਨ ਐਂਡ ਐਲਬੂਮਿਨ। ਹੁਣ ਇਹ ਸਾਰੇ ਪ੍ਰੋਟੀਨਸ ਦੇ ਵਿੱਚੋਂ ਜੋ ਕਿ ਕੁਐਸਚਨਸ ਪੁੱਛੇ ਜਾਂਦੇ ਪੇਪਰ ਦੇ ਵਿੱਚ ਉਹ ਜ਼ਿਆਦਾਤਰ ਪੁੱਛੇ ਜਾਂਦੇ ਹੈਗੇ ਆ ਥ੍ਰੋਮਬਿਨ, ਫਿਬਰਿਨੋਜਨ ਐਂਡ ਫਿਬਰਿਨ ਤੋਂ, ਕਿਉਂਕਿ ਇਹ ਤਿੰਨਾਂ ਦਾ ਰੋਲ ਸਾਡੇ ਕੋਲ ਕਿਹਦੇ ਵਿੱਚ ਹੈਗਾ, ਥ੍ਰੋਮਬੋਸਾਈਟਸ ਦੇ ਵਿੱਚ। ਹੁਣ ਤੁਹਾਨੂੰ ਮੈਂ ਪਿੱਛੇ ਦੱਸ ਕੇ ਹਟੀ ਹੈ ਥ੍ਰੋਮਬੋਸਾਈਟਸ ਦਾ ਕੰਮ ਕੀ ਹੈਗਾ, ਬਲੱਡ ਦਾ ਕਲੌਟਿੰਗ ਕਰਨਾ, ਠੀਕ ਹੈ। ਸੋ ਥ੍ਰੋਮਬਿਨ, ਫਿਬਰਿਨੋਜਨ ਐਂਡ ਫਿਬਰਿਨ ਦਾ ਕੰਮ ਕੀ ਹੈਗਾ, ਹੈਲਪਸ ਇਨ ਬਲੱਡ ਕਲੌਟਿੰਗ। ਬਲੱਡ ਕਲੌਟਿੰਗ ਦਾ ਵੀ ਕੰਮ ਕਰਦੇ ਆ, ਇਮਿਊਨ ਸਿਸਟਮ ਨੂੰ ਸਟਰੋਂਗ ਵੀ ਬਣਾਉਂਦੇ ਹੈਗੇ ਆ। ਸੋ ਇਹ ਜੋ ਤਿੰਨ ਪ੍ਰੋਟੀਨ ਹੈਗੇ ਆ ਇਹ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਯਾਦ ਕਰਨਾ ਇਹਨਾਂ ਦਾ ਰੋਲ ਕੀ ਹੈ, ਫੰਕਸ਼ਨ ਕੀ ਹੈ, ਠੀਕ ਹੈ। ਗਲੋਬੁਲਿਨ ਦਾ ਐਕਚੁਅਲੀ ਕੰਮ ਹੁੰਦਾ ਹੈਗਾ ਸਕਿਨ ਦਾ ਗਲੋ ਕਰਨ ਵਾਸਤੇ, ਜਾਂ ਐਜ਼ ਅ ਐਂਟੀਬੋਡੀ ਨੂੰ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਗਲੋਬੁਲਿਨ ਨਾਮ ਤੋਂ ਹੀ ਨਾ, ਗਲੋ ਕਰਨਾ ਮਤਲਬ ਸਕਿਨ ਦਾ ਗਲੋ, ਠੀਕ ਹੈ ਨਾ। ਸੋ ਗਲੋਬੁਲਿਨ ਤੋਂ ਆਪਾਂ ਕੀ ਰੱਖਣਾ ਹੈਗਾ, ਸਕਿਨ ਦਾ ਗਲੋ ਕਰਦੇ ਆ, ਐਂਟੀਬੋਡੀਜ਼ ਬਣਾਉਣ ਦਾ ਹੈਗਾ ਇਹਦੇ ਵਿੱਚ ਰੋਲ ਇੰਪੋਰਟੈਂਟ, ਠੀਕ ਹੈ। ਉਸ ਤੋਂ ਬਾਅਦ ਐਲਬੂਮਿਨ ਦਾ ਕੰਮ ਕੀ ਹੈਗਾ, ਹੈਲਪਸ ਇਨ ਬੈਲੈਂਸਿੰਗ ਦਾ ਆਇਨਸ ਐਂਡ ਦਾ ਮਿਨਰਲਸ। मतलब जो आयन्स है या मिनरल्स है ਉਹਦਾ बैलेंस बनाना हैगा, वो किस तरह का काम हैगा, एल्ब्यूमिन ਦਾ, ठीक है जी।